2:30 ਵਜੇ ਉੱਠਦੀ ਰਹੀ ਆ। ਅੱਛਾ 2:30 ਵਜੇ ਉੱਠ ਕੇ ਨਾਲ ਚਵਾਈ ਕਰਾਉਂਦੇ ਹੁੰਦੇ ਹਾਂ। ਫਿਰ ਉਸ ਤੋਂ ਬਾਅਦ ਆਪਾਂ ਦੁੱਧ ਲੈ ਕੇ 6 ਵਜੇ ਮੈਂ ਚੱਲ ਜਾਣਾ। ਕਦੇ ਐਂ ਹੋਇਆਗਾ ਵੀ ਸੋਚਿਆ ਹੋਵੇ ਵੀ ਕਿੱਥੇ ਮੈਂ ਇਦੋਂ ਤਾਂ ਪੜ੍ਹ ਹੀ ਲੈਂਦੀ ਕੀ ਕੰਮ 'ਚ ਪਿਆ ਸੀ ਵੀ ਡੈਡੀ ਤੁਸੀਂ ਕੋਈ ਮੈਂ ਹੋਰ ਕੰਮ ਹੀ ਕਰ ਲਾਂ। ਮੀਂਹ ਵਿੱਚ ਵੀ ਮੈਂ ਜਾਣਾ, ਮੀਂਹ ਵੀ ਸਹਿਣਾ, ਠੰਡ ਵੀ ਸਹਿਣੀ, ਗਰਮੀ ਵੀ ਸਹਿਣੀ, ਜਾਣਾ ਜ਼ਰੂਰ। ਕਿ ਜਦੋਂ ਪਤਾ ਲੱਗਾ ਕਿ ਮੁੰਡਿਆਂ ਨੂੰ ਕਿ ਕੁੜੀ ਆ, ਅੱਛਾ ਤੰਗ ਕਰਨਾ ਵੀ ਸ਼ੁਰੂ ਕੀਤਾ ਕਈਆਂ ਨੇ। ਮੁੰਡੇ ਵੀ ਤੰਗ ਕਰਦੇ? ਬਹੁਤ ਤੰਗ ਕੀਤਾ, ਇੱਥੋਂ ਤੱਕ ਕਿ ਇੰਨੀ ਕੁ ਨੌਬਤ ਆਉਂਦੀ ਰਹੀ ਹੈ ਕਿ ਮੈਂ ਚੁੱਪਚਾਪ ਲੰਘਦੀ ਰਹੀ ਆ। ਇੰਨਾ ਤੰਗ ਕਰਦੇ ਹੁੰਦੇ ਸੀ ਪਹਿਲੇ ਸਟਾਰਟਿੰਗ ਵਿੱਚ ਤੇ ਮਤਲਬ ਕਿ ਲੋਕਾਂ ਦਾ ਗੇਟ ਖੜਕਾਉਣ ਤੇ ਡਰਦੀ ਹਾਂ ਮੈਂ। ਅੱਛਾ ਕਿ ਹਾਏ ਕੀ ਸਮਝਣਗੇ ਕਿ ਕਿਉਂ ਆਈ ਹੈ ਕੁੜੀ, ਕਿਹੜੀ ਗੱਲੋਂ ਆਈ ਆ, ਘਬਰਾਉਣੀ ਹਾਂ। ਫਿਰ ਜਦੋਂ ਮੈਂ ਲੰਘਣਾ ਲੋਕਾਂ ਨੇ ਮੁੜ ਮੁੜ ਕੇ ਵੇਖਣਾ ਕਿ ਕੁੜੀ ਗਈ ਸਾਡੇ ਲਾਗੋਂ ਦੁੱਧ ਲੈ ਕੇ। ਮਤਲਬ ਕਿ 16-17 ਲੱਖ ਰੁਪਏ ਲੱਗਣਾ ਸੀ। 1.5 2 ਲੱਖ ਦੀਆਂ ਮੱਝਾਂ ਸੇਲ ਕਰਤੀਆਂ ਸਸਤੇ ਭਾਅ 'ਚ ਕਿ ਲੋੜ ਹੈਗੀ ਚਲੋ ਜੀ ਵੇਚ ਦੋ। 2 ਲੱਖ ਦੀ ਮੱਝ ਸੀ ਜਿਹੜੀ ਆਪਾਂ 1.5 120 ਦੀ ਵੇਚਤੀ। ਉਸ ਤੋਂ ਬਾਅਦ ਗਾਈਆਂ ਸੀ 80 ਹਜ਼ਾਰ ਦੀਆਂ, 90 ਹਜ਼ਾਰ ਦੀਆਂ ਹੱਟੀਆਂ ਕੱਟੀਆਂ, ਉਹ ਵੀ ਵੇਚਤੀਆਂ। ਅੱਛਾ ਮਤਲਬ ਕਿ ਚਲੋ ਜੋ ਹੋ ਗਿਆ, ਰੋੜ ਗਿਆ ਖੜ ਗਿਆ, ਸਭ ਹੋ ਗਿਆ। ਇਹ ਕਿ ਫਾਦਰ ਦੀਆਂ ਲੱਤਾਂ ਕਾਇਮ ਕਰਨੀਆਂ, ਚਲਾਉਣਾ ਆ। ਇਹ ਨਹੀਂ ਕਿ ਬਿਠਾ ਕੇ ਰੱਖਣਾ। 1-2 ਵਾਰੀ ਰੋਈ ਵੀ ਆ, ਘਬਰਾਈ ਵੀ ਆ, ਪਰ ਪਾਪਾ ਕਹਿੰਦੇ ਤੂੰ ਕਰ ਸਕਦੀ ਤੇ ਕਰ। Press the bell icon and never miss a video from Daily Awaaz. ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਡੇਲੀ ਆਵਾਜ਼ ਦੇ ਨਾਲ ਤੇ ਮੈਂ ਹਾਂ ਬਿੱਟੂ ਚੱਕਵਾਲਾ। ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਹਾਂ। ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੋਂ ਦੀ ਇੱਕ ਮੁਟਿਆਰ ਨੂੰ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਸਨੀ ਕੇਤਨਾ ਨੂੰ। ਸਨੀ ਕੇਤਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਬਣੀ ਹੈ। ਬਾਪ ਦੇ ਸੱਟ ਲੱਗਣ ਤੋਂ ਬਾਅਦ ਬਾਪ ਨੂੰ ਕੰਮਕਾਜ ਛੱਡਣਾ ਪਿਆ, ਇੱਕ ਐਕਸੀਡੈਂਟ ਹੁੰਦਾ ਹੈ। ਉਸ ਤੋਂ ਬਾਅਦ ਇਹ ਮੁਟਿਆਰ 12ਵੀਂ ਕਲਾਸ ਵਿੱਚ ਪੜ੍ਹਦੀ ਖੁਦ ਜਿਹੜਾ ਬਾਪ ਦਾ ਕੰਮ ਸੰਭਾਲਦੀ ਹੈ। ਕੰਮ ਹੈ ਘਰਾਂ ਦੇ ਵਿੱਚ ਦੁੱਧ ਲੈ ਕੇ ਜਾਣਾ, ਘਰ ਦੁੱਧ ਲੈ ਕੇ ਜਾਣਾ ਸਨੀ ਕੇਤਨਾ ਨੇ ਆਪਣਾ ਫਰਜ਼ ਬਣਾ ਲਿਆ। ਜਿਸ ਦਿਨ ਤੋਂ ਬਾਪ ਦੇ ਸੱਟ ਲੱਗਦੀ ਹੈ, ਇਸ ਘਰ ਨੂੰ ਚਲਾਉਣ ਦੇ ਲਈ ਬਹੁਤ ਵੱਡੀ ਮਿਹਨਤ ਕਰਦੀ ਹੈ। ਅੱਜ ਆਪਾਂ ਉਸ ਮੁਟਿਆਰ ਨੂੰ ਮਿਲਾਵਾਂਗੇ ਕਿ ਕਿਵੇਂ ਪੜ੍ਹਾਈ ਛੱਡ ਇਸ ਕੰਮ ਵੱਲ ਆ ਗਈ, ਕੀ ਮਜਬੂਰੀਆਂ ਰਹੀਆਂ ਨੇ ਤੇ ਅੱਗੇ ਕੀ ਸੋਚਦੀ ਹੈ। ਆਪਾਂ ਗੱਲਬਾਤ ਕਰਾਂਗੇ, ਤੁਹਾਨੂੰ ਮਿਲਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਰਾਜੀ ਖੁਸ਼ੀ ਹੋ? ਬਸ ਰਾਜੀ ਖੁਸ਼ੀ ਸਰ। ਅੱਛਾ, ਮੈਨੂੰ ਪਤਾ ਲੱਗਿਆ ਸੀ ਵੀ 12ਵੀਂ ਕਲਾਸ ਦੇ ਵਿੱਚ ਹੀ ਤੁਹਾਨੂੰ ਬਾਪ ਦੀ ਸੱਟ ਲੱਗਣ ਤੋਂ ਬਾਅਦ ਇੰਨੀਆਂ ਮੱਝਾਂ ਗਾਵਾਂ ਦੇ ਵਿੱਚ ਆ ਕੇ ਖੁਦ ਨੂੰ ਸਾਰਾ ਕੰਮਕਾਜ ਸਾਂਭਣਾ ਪਿਆ। ਹਾਂਜੀ ਕੀ ਹੋਇਆ ਸੀ? ਅੰਕਲ ਉਹਨਾਂ ਦੇ ਸੱਟ ਕਿਵੇਂ ਲੱਗੀ ਸੀ? ਐਕਸੀਡੈਂਟ ਕਿਵੇਂ ਹੁੰਦਾ? ਫਾਦਰ ਸਰ ਆ ਰਹੇ ਸੀ ਤੇ ਨਾ ਮੁੰਡੇ ਰੌਂਗ ਸਾਈਡ ਤੋਂ ਜਾ ਰਹੇ ਸੀ ਤੇ ਉਹਨਾਂ ਨੇ ਮਤਲਬ ਵਿੱਚ ਮਾਰਤੀ ਬਾਈਕ। ਅੱਛਾ। ਤੇ ਜਦੋਂ ਬਾਈਕ ਵਿੱਚ ਮਾਰਤੀ ਤਾਂ ਜਦੋਂ ਡਾਕਟਰ ਕੋਲ ਖੜਿਆ, ਉਹ ਕਹਿੰਦਾ ਕਿ ਲੱਤ ਦੇ ਹੱਡੀ ਦੇ ਪੀਸ ਹੋ ਗਏ ਆ, ਆਪਰੇਸ਼ਨ ਕਰਨਾ ਪੈਣਾ। ਤੇ ਆਪਾਂ ਕਿਹਾ ਚਲੋ ਕਰੋ ਆਪਰੇਸ਼ਨ। ਫਿਰ ਆਪਰੇਸ਼ਨ ਹੋਣ ਤੋਂ ਬਾਅਦ 3-4 ਮਹੀਨੇ ਬਾਅਦ ਉਹ ਨਾ ਸਕਿਨ ਨਹੀਂ, ਮਤਲਬ ਬਲੱਡ ਸਰਕੂਲੇਸ਼ਨ ਕਰਕੇ ਸਕਿਨ ਨਹੀਂ ਬਣਦੀ ਸੀ ਅੰਦਰ। ਅੱਛਾ। ਸਕਿਨ ਬਣਨੀ ਬੰਦ ਹੋ ਗਈ। ਫਿਰ ਆਪਾਂ ਉਹਨਾਂ ਨੂੰ ਉਹ ਕਹਿੰਦੇ ਆਪਰੇਸ਼ਨ ਕਰਨਾ, ਇੱਕ ਹੋਰ ਪਲਾਸਟਿਕ ਸਰਜਰੀ ਕਰਨੀ ਆ। ਅੱਛਾ। ਆਪਾਂ ਕਿਹਾ ਚਲੋ ਕਰ ਦੋ। ਫਿਰ ਨਹੀਂ ਉਹਨਾਂ ਨੂੰ ਸੂਤਰ ਬੈਠਾ। ਅੱਛਾ। ਫਿਰ ਆਪਾਂ 2-3 ਡਾਕਟਰ ਕੋਲ ਹੋਰ ਕੰਸਲਟ ਕੀਤਾ। ਉਹਨਾਂ ਨੇ ਕਿਹਾ ਕਿ ਆ ਜਿਹੜੀ ਮਤਲਬ ਬਲੱਡ ਸਰਕੂਲੇਸ਼ਨ ਨਹੀਂ ਅੰਦਰ ਚੱਲਦੀ ਪਈ, ਇਹਦਾ ਪਹਿਲੇ ਬਲੱਡ ਸਰਕੂਲੇਸ਼ਨ ਚਲਾਵਾਂਗੇ ਫਿਰ ਅੱਗੇ ਪ੍ਰੋਸੀਜਰ ਕਰਾਂਗੇ। ਫਿਰ ਉਸ ਤੋਂ ਬਾਅਦ ਮੈਂ ਹਸਪੀਟਲ ਚੇਂਜ ਕਰਕੇ ਦੂਜੇ ਹਸਪੀਟਲ ਖੜਿਆ, ਉੱਥੇ ਆਪਰੇਸ਼ਨ ਕਰਾਇਆ। ਉਹਨਾਂ ਨੇ ਮਤਲਬ ਦੋਨੋਂ ਲੱਤਾਂ ਦੇ ਸਕੰਜੇ ਲਾਏ, ਮਾਸ ਮੂਸ ਇੱਧਰ ਉੱਧਰ ਕੀਤਾ, ਸਕਿਨ ਵਗੈਰਾ ਚੇਂਜ ਕੀਤੀ, ਬਟ ਬਲੱਡ ਸਰਕੂਲੇਸ਼ਨ ਚਲਾਇਆ, ਫਿਰ ਰੋਡ ਪਾਈ। ਮਤਲਬ ਕਿਸ ਤਰ੍ਹਾਂ ਹੀ ਪ੍ਰੋਸੀਜਰ 1-2 ਸਾਲ ਪ੍ਰੋਸੀਜਰ ਇਸ ਤਰ੍ਹਾਂ ਹੀ ਰਿਹਾ ਆ ਇਹਨਾਂ ਦਾ। ਅੱਛਾ। ਤੇ ਕਿ 2.5 ਸਾਲ ਹੋ ਗਏ ਹੁਣ ਤੇ 3 ਸਾਲ ਹੋਣੀ ਵਾਲੇ ਆ। ਅੱਛਾ, ਜਿੱਦਾਂ ਹੁਣ ਅੰਕਲ ਹੋਣੀ ਤਾਂ ਚਲੋ ਤਕਲੀਫ ਦੇ ਵਿੱਚ ਨੇ, ਉਸ ਤੋਂ ਬਾਅਦ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਕਿਵੇਂ ਆਇਆ ਸੀ ਬਈ ਦੇਖੋ ਦੁੱਧ ਦਾ ਕੰਮ ਕੋਈ ਸੌਖਾ ਨਹੀਂ, ਮੋਟਰਸਾਈਕਲ ਤੇ ਲੱਦਣੇ ਆ ਢੋਲ ਹਨਾ, ਲੈ ਕੇ ਜਾਣਾ, ਘਰ ਜਾਣਾ। ਘਰ ਤਾਂ ਚਲੋ 2-4 ਦਿਨ ਬਾਅਦ ਜਾਣਨ ਲੱਗ ਜਾਂਦੇ ਆ। ਹਾਂਜੀ। ਇੰਨਾ ਭਾਰਾ ਮੋਟਰਸਾਈਕਲ ਲੈ ਕੇ ਜਾਣਾ ਉੱਥੇ ਤੱਕ ਤੇ ਇੰਨਾ ਤਜਰਬਾ, ਇੰਨਾ ਸਾਰਾ ਕੰਮ ਸੋਚਣਾ, ਮਨ 'ਚ ਕਿਵੇਂ ਆਇਆ ਪਹਿਲੇ ਦਿਨ ਵੀ ਹਾਂ ਮੈਂ ਕਰ ਸਕਦੀ ਹਾਂ? ਮੋਟਰਸਾਈਕਲ ਪਹਿਲੇ ਹੁੰਦਾ ਸੀ, ਮੈਨੂੰ ਸਿੱਖਿਆ ਸੀ ਮੈਂ, ਪਰ ਇਹ ਹੀ ਕਿ ਮੈਂ ਕਦੇ ਦੁੱਧ ਲੈ ਕੇ ਨਹੀਂ ਤੁਰੀ ਸੀ। ਅੱਛਾ। ਉਸ ਤੋਂ ਬਾਅਦ ਜਦੋਂ ਫਾਦਰ ਦੇ ਸੱਟ ਲੱਗੀ, ਪਹਿਲੇ ਚਲੋ ਬ੍ਰਦਰ ਆਏ, ਤਾਏ ਦੇ ਬੇਟੇ ਆਏ, ਹੈਲਪ ਕੀਤੀ 10-15 ਦਿਨ। ਉਹ ਵੀ ਜੌਬ ਕਰਦੇ ਸੀ, ਉਹ ਵੀ ਕੀ ਕਰ ਸਕਦੇ ਸੀ। ਬਿਲਕੁਲ। ਫਿਰ ਮੈਂ ਕਿਹਾ ਕਿ ਚਲੋ ਮੈਂ ਟਰਾਈ ਕਰਦੀ ਹਾਂ। 1 ਦਿਨ ਦੇ ਕੇ ਵੇਖਿਆ, ਮੈਂ ਕਿਹਾ ਠੀਕ ਹੈ, ਮੈਨੂੰ ਸੈੱਟ ਹੋ ਗਈ ਮੈਂ ਕਿ ਮੈਨੂੰ ਦੇ ਸਕਦੀ ਮੈਂ। ਅੱਛਾ। ਉਸ ਤੋਂ ਬਾਅਦ ਫਿਰ ਰੂਟੀਨ ਬਣ ਗਿਆ
ਪਹਿਲਾ ਦਿਨ ਜਦੋਂ ਗਈ ਹਾਂ ਪਹਿਲੇ ਗੇਟ ਖੜਕਾਉਣਾ, ਲੋਕਾਂ ਨੂੰ ਦੱਸਣਾ ਕਿ ਮੈਂ ਉਹਨਾਂ ਦੀ ਬੇਟੀ ਹਾਂ ਸ਼ਰਮਾ ਜੀ ਦੀ। ਉਹਨਾਂ ਨੇ ਅੱਗੋਂ ਕਹਿਣਾ ਬੇਟਾ ਪਾਣੀ ਪੀਓ, ਆ ਪੀਓ, ਉਹ ਪੀਓ, ਤੇ ਚਲੋ ਉਹਨਾਂ ਨੇ ਵੀ ਸਾਥ ਦਿੱਤਾ ਸਾਡਾ। ਅੱਛਾ। ਤੇ ਫਿਰ ਉਸ ਤੋਂ ਬਾਅਦ 1-2 ਦਿਨ ਤੇ ਸਮਝਦੇ ਲੱਗੇ, ਫੋਨ ਕਰਕੇ ਪੁੱਛਦੀ ਪਾਪਾ ਕਿੱਧਰ ਘਰ ਆ। 1-2 ਵਾਰੀ ਰੋਈ ਵੀ ਆ, ਘਬਰਾਈ ਵੀ ਆ, ਪਰ ਪਾਪਾ ਕਹਿੰਦੇ ਤੂੰ ਕਰ ਸਕਦੀ ਤੇ ਕਰ, ਕਿਉਂ ਡਰਨ ਵਾਲੀ ਗੱਲ। ਤੇ ਫਿਰ ਉਸ ਤੋਂ ਬਾਅਦ ਵਾਧਾ ਕੰਮ ਫਿਰ ਆਪੇ ਸਾਂਭ ਲਿਆ ਸਾਰਾ ਹੀ। ਰੋਏ ਕਿਉਂ ਸੀ? ਕੀ ਮਨ ਚ ਆਇਆ ਸੀ? ਰੋਣਾ ਕਿਹੜੀ ਗੱਲੋਂ ਪਿਆ ਸੀ ਨਿਕੇਤਨਾਂ ਨੂੰ ਵੀ ਜਦੋਂ ਤੁਹਾਨੂੰ ਲੱਗਿਆ ਵੀ ਤੁਸੀਂ ਉਦਾਸ ਹੋਏ ਹੋ? ਉਹ ਇੱਕ ਹਿਸਾਬ ਦਾ ਮਤਲਬ ਕਿ ਹੁਣ ਸਿਸਟਮ ਉਹੋ ਜਿਹਾ ਹੋ ਗਿਆ, ਟੈਨਸ਼ਨਾਂ ਆ ਗਈਆਂ ਕਿ ਯਾਰ ਘਰ ਦੀ ਸਾਰੀ ਜ਼ਿੰਮੇਵਾਰੀ, ਉਧਰੋਂ ਫਾਦਰ ਕੋ ਵੀ ਜਾਣਾ, ਉਧਰੋਂ ਦੁੱਧ ਵੀ ਸਾਂਭਣਾ, ਉਧਰੋਂ ਸਵੇਰੇ ਉੱਠਣਾ ਵੀ, ਸਾਰਾ ਕੁਝ ਡਿਪੈਂਡਿੰਗ ਹੋ ਗਿਆ ਸੀ ਮੇਰੇ ਤੇ ਹੀ। ਫਿਰ ਉਸ ਤੋਂ ਬਾਅਦ ਪਾਪਾ ਕਹਿੰਦੇ ਨਹੀਂ ਚੱਲ ਕੋਈ ਨਹੀਂ, ਦਿਲ ਵੱਡਾ ਕਰ ਤੇ ਦੇਈ ਜਾ, ਕੁਛ ਨਹੀਂ ਹੋ ਗਿਆ। ਫਿਰ ਟੈਨਸ਼ਨ ਫ੍ਰੀ ਹੋ ਗਈ ਜਦੋਂ ਪਾਪਾ ਨੇ ਵੀ ਕਹਿਤਾ ਕਿ ਤੂੰ ਕਰ ਸਕਦੀ ਤੇ ਕਰ ਲਾ। ਅੱਛਾ। ਸਾਥ ਫਾਦਰ ਨੇ ਵੀ ਦਿੱਤਾ, ਮਦਰ ਨੇ ਵੀ ਦਿੱਤਾ। ਹੁਣ ਸਵੇਰੇ ਉੱਠਣਾ ਔਖਾ ਵੀ ਹੁੰਦਾ ਸੀ, ਪਰ ਨਹੀਂ ਹੁਣ ਆਦਤ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਜਿਹੜਾ ਦੁੱਧ ਦਾ ਕੰਮ ਹੈ ਇਹ 'ਚ ਬੜੀ ਸਾਜਰੀ ਉੱਠਣਾ ਪੈਂਦਾ ਹਨਾ, ਕਿਉਂਕਿ ਅਗਲੇ ਨੇ ਸਵੇਰ ਦੀ ਚਾਹ ਵੀ ਕਰਨੀ ਆ, ਦੁੱਧ ਵਾਲੇ ਨੂੰ ਉਡੀਕਦਾ ਹੁੰਦਾ। ਸਵੇਰੇ ਚਾਹ ਪੀ ਕੇ ਅਖਬਾਰ ਵਾਲੇ ਨੂੰ ਜਾਂ ਦੁੱਧ ਵਾਲੇ ਨੂੰ ਉਡੀਕਦੇ ਆ ਲੋਕ। ਸਾਡੇ ਤਾਂ ਸ਼ਹਿਰ ਦੇ ਵਿੱਚ ਤਾਂ ਲੋਕ ਹੋਰ ਵੀ ਜ਼ਿਆਦਾ ਚਾਹੁੰਦੇ ਆ ਵੀ ਜਲਦੀ ਆਵੇ ਹਨਾ। ਕਿੰਨੀ ਕੁ ਜਲਦੀ ਉੱਠਦੇ ਹੋ? ਮੈਂ ਪਹਿਲਾਂ ਸਟਾਰਟਿੰਗ ਵਿੱਚ 2:30 ਵਜੇ ਉੱਠਦੀ ਰਹੀ ਆ। ਅੱਛਾ। 2:30 ਵਜੇ ਉੱਠ ਕੇ ਨਾਲ ਚਵਾਈ ਕਰਾਉਂਦੇ ਹੁੰਦੇ ਹਾਂ। ਫਿਰ ਉਸ ਤੋਂ ਬਾਅਦ ਆਪਾਂ ਦੁੱਧ ਲੈ ਕੇ 6 ਵਜੇ ਮੈਂ ਚੱਲ ਜਾਣਾ, ਦੁੱਧ ਲੈ ਕੇ ਮਤਲਬ ਮੋਟਰਸਾਈਕਲ ਲੈ ਕੇ ਚੱਲ ਪੈਣਾ। ਫਿਰ ਉਸ ਤੋਂ ਬਾਅਦ ਹੌਲੀ 10 11 12 ਵੱਜ ਜਾਂਦੇ ਹੁੰਦੇ ਸੀ। ਅੱਛਾ। ਮਤਲਬ ਕਿ 12 ਤੇ ਲੱਗ ਹੀ ਜਾਂਦੇ ਹੁੰਦੇ। ਫਿਰ ਆਉਣਾ, ਡਰਮ ਧੋਣੇ, ਕਿਉਂਕਿ ਡਰਮ ਕਿਸੇ ਬੰਦੇ ਕੋਲ ਨਹੀਂ ਧੋਈਦੇ ਸੀ, ਆਪਣੇ ਆਪ ਧੋਣੇ ਹੁੰਦੇ ਡਰਮ। ਅੱਛਾ, ਤੁਸੀਂ ਆਪ ਧੋਨੇ ਹੋ? ਆਪ ਹੀ ਧੋਈਦੇ। ਡਰਮ ਧੋ ਕੇ ਸਫਾਈ ਕਰਕੇ ਚੰਗੀ ਤਰ੍ਹਾਂ ਸੁੱਕਣੇ, ਮਤਲਬ ਉਹਨੂੰ ਧੁੱਪੇ ਸੁਕਾਉਣੇ ਕਿ ਸਮੈਲ ਨਾ ਬਣੇ ਦੁੱਧ ਦੀ, ਕਿ ਕੱਲ ਨੂੰ ਜੇ ਦੁੱਧ ਪਾਈਏ ਤੇ ਖਰਾਬ ਨਾ ਹੋਵੇ ਦੁੱਧ। ਤੇ ਹੌਲੀ ਸਾਂਭ ਲਿਆ ਕੰਮ ਨੂੰ। ਅੱਛਾ। ਕਦੇ ਐਂ ਹੋਇਆਗਾ ਵੀ ਸੋਚਿਆ ਹੋਵੇ ਵੀ ਕਿੱਥੇ ਮੈਂ ਇਦੋਂ ਤਾਂ ਪੜ੍ਹ ਹੀ ਲੈਂਦੀ, ਕਿ ਇਹ ਕੰਮ 'ਚ ਪਿਆ ਸੀ ਵੀ ਡੈਡੀ ਤੁਸੀਂ ਕੋਈ ਮੈਂ ਹੋਰ ਕੰਮ ਹੀ ਕਰ ਲਾਂ ਜਾਂ? ਨਹੀਂ, ਸੋਚਿਆ ਵੀ ਸੀ 2 ਵਾਰੀ। ਫਿਰ ਇਹ ਜਿਹੜਾ ਕੰਮ ਹੈ ਇਹਨੂੰ ਇੱਕਦਮ ਤੇ ਬੰਦ ਕਰ ਨਹੀਂ ਸਕਦੇ, ਇੱਕਦਮ ਸੇਲ ਨਹੀਂ ਕਰ ਸਕਦੇ, ਇੱਕਦਮ ਕੁਝ ਕਰ ਨਹੀਂ ਸਕਦੇ। ਹਾਂ, ਤੇ ਨਾਲ ਇੱਕ ਪਾਪਾ ਦੇ ਕਸਟਮਰ ਬਹੁਤ ਪੁਰਾਣੇ ਸੀ। ਅੱਛਾ। ਬਹੁਤ ਪੁਰਾਣੇ, ਜਿਸ ਤਰ੍ਹਾਂ ਮਤਲਬ ਕਿ ਪਾਪਾ ਨੂੰ 25-30 ਸਾਲ ਹੋ ਗਏ ਆ। ਅੱਛਾ, ਇਹੀ ਕੰਮ ਕਰਦੇ? ਇਹੀ ਕੰਮ ਕਰਦੇ ਨੂੰ। ਤੇ ਫਿਰ ਪਾਪਾ ਕਹਿੰਦੇ ਕਿ ਉਹ ਗਾਹਕ ਵੀ ਨਹੀਂ, ਇੱਕ ਦਿਨ ਦਾ ਨਾਗਾ ਆਪਾਂ ਪਾਇਆ ਸੀ ਤੇ ਗਾਹਕ ਕਹਿੰਦੇ ਕਿ ਬੇਟਾ ਨਹੀਂ ਹਟਣਾ, ਨਹੀਂ ਵਾਰਾ ਖਾਂਦਾ, ਤੁਸੀਂ ਜਿਸ ਤਰ੍ਹਾਂ ਮਰਜ਼ੀ ਦੁੱਧ ਦੇਣਾ, ਔਖੇ ਸੌਖੇ ਜਿੱਦਾਂ ਮਰਜ਼ੀ ਆਓ। ਤੇ ਇਹ ਹੈ ਕਿ ਮੀਂਹ ਵਿੱਚ ਵੀ ਮੈਂ ਜਾਣਾ, ਮੀਂਹ ਵੀ ਸਹਿਣਾ, ਠੰਡ ਵੀ ਸਹਿਣੀ, ਗਰਮੀ ਵੀ ਸਹਿਣੀ, ਜਾਣਾ ਜ਼ਰੂਰ ਹੈ, ਡੇਲੀ ਦਾ ਕੰਮ ਆ। ਅੱਛਾ। ਡੇਲੀ ਮਤਲਬ ਕਿ ਮੀਂਹ ਪੈਂਦਾ ਹੋਊਗਾ, ਇਹ ਨਹੀਂ ਵੇਖਣਾ ਵੀ ਮੀਂਹ ਪੈਂਦਾ, ਉੱਠੋ ਤੇ ਤੁਰੋ ਤੇ ਚਲੋ। 12ਵੀਂ ਚੋਂ ਤੁਸੀਂ ਪੜ੍ਹ ਕੇ ਹਟੇ ਹੋ ਤੇ ਨਾਲ ਦੀਆਂ ਸਹੇਲੀਆਂ ਜਾਂ ਜਿਹੜੇ ਨਾਲ ਜਵਾਕ ਪੜ੍ਹਦੇ ਸੀ ਤੁਹਾਡੇ ਦੋਸਤ, ਉਹਨਾਂ ਦੇ ਘਰਾਂ ਮੂਹਰ ਦੀ ਵੀ ਲੰਘਣਾ ਪੈਂਦਾ ਹੋਊ, ਜਾਂ ਉਹ ਵੀ ਕੋਈ ਨਾ ਕੋਈ ਪਰਿਵਾਰ ਮਿਲਦੇ ਹੋਣਗੇ, ਤੁਹਾਨੂੰ ਪਹਿਚਾਣ ਲੈਂਦੇ ਆ, ਗੱਲਾਂ ਕਰਦੇ ਹੁੰਦੇ ਆ ਤੁਹਾਡੇ ਨਾਲ? ਹਾਂਜੀ, ਗੱਲਾਂ ਕਰਦੇ ਹੁੰਦੇ ਆ, ਸਮਝਾਉਂਦੇ ਵੀ ਆ ਕਿ ਸਾਡੇ ਬੱਚਿਆਂ ਨੂੰ ਦੱਸੋ ਕੰਮ ਕਿੱਦਾਂ ਹੁੰਦੇ ਆ। ਇਹ ਥੋੜਾ ਕਿ ਬਾਹਰ ਹੀ ਚੱਲ ਜਾਓ, ਸਿੱਧਾ ਹੀ ਕੈਨੇਡਾ ਚੱਲ ਜਾਓ। ਹੁਣ ਮੇਰੇ ਕਲਾਸਮੇਟ 3 ਕੁੜੀਆਂ ਬਾਹਰ ਚਲ ਗਈਆਂ ਹੋਈਆਂ ਆ। ਆਓ, ਬਹੁਤੇ ਜਵਾਕ 12ਵੀਂ ਤੋਂ ਬਾਅਦ ਆਈਲੈਟਸ ਕਰ ਲੈਂਦੇ ਆ। ਤੇ ਇੱਥੇ ਵੀ ਕੰਮ ਹੈਗਾ, ਇੱਥੇ ਵੀ ਪੈਸਾ ਹੈਗਾ, ਜੇ ਬੰਦੇ ਨੂੰ ਕਰਨਾ ਆਵੇ। ਇੱਥੇ ਵੀ ਕੰਮ ਹੈਗਾ, ਉੱਥੋਂ ਸ਼ੁਰੂ ਕਰ ਲਓ। ਇੱਥੇ ਵੀ ਕੰਮ ਹੈਗਾ ਆ, ਕਰਨਾ ਚਾਹੀਦਾ ਆ। ਇੱਥੇ ਵੀ ਸੇਵਾ ਕਰੋ ਤੇ ਇੱਥੇ ਵੀ ਫਲ ਮਿਲਦਾ ਆ। ਹੁਣ ਇਹ ਥੋੜਾ ਕਿ ਬਾਹਰ ਹੀ ਸੇਵਾ ਕਰੋ ਤੇ ਬਾਹਰ ਹੀ ਫਲ ਮਿਲਣਾ ਆ, ਇੱਥੇ ਵੀ ਫਲ ਹੈਗਾ ਕੰਮ ਦਾ। ਬਸ ਇਹ ਹੈ ਕਿ ਇਹ ਨਾ ਸੋਚੋ ਕਿ ਇਹ ਕੰਮ ਵੱਡਾ ਆ ਕਿ ਛੋਟਾ ਆ, ਇਹ ਹੈ ਕਿ ਲੱਗੇ ਰਹੋ ਚੁੱਪ-ਚਾਪ। ਕਿਸੇ ਨੇ ਥੋੜਾ, ਸਾਰਿਆਂ ਨੇ ਜੱਜਮੈਂਟ ਹੀ ਕਰਨਾ, ਕਿਸੇ ਨੇ ਕੁਝ ਕਰਨ ਥੋੜਾ ਆ ਜਾਣਾ ਆ। ਦੋਸਤੋ, ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇਹ ਪਹਿਲੀ ਮੁਟਿਆਰ ਹੋਊਗੀ ਜਿਹੜੀ ਖੁਦ ਦੁੱਧ ਦੀ ਚਵਾਈ ਕਰਦੀ ਹੈ। ਇੱਥੇ ਚਵਾਈ ਕਰਨ ਤੋਂ ਬਾਅਦ ਘਰ ਲੈ ਕੇ ਜਾਂਦੀ ਹੈ, ਨਹੀਂ ਤਾਂ ਬਹੁਤ ਘੱਟ ਹੁੰਦਾ। ਇਹ ਜ਼ਿਆਦਾਤਰ ਕੰਮ ਮਰਦ ਕਰਦੇ ਆ। ਤੁਹਾਨੂੰ ਪਤਾ ਸੀ ਪਹਿਲਾਂ ਕਦੇ ਕੁੜੀ ਇਦਾਂ ਕੰਮ ਕਰਦੀ ਦੇਖੀ ਹੈ ਦੋਜੀ ਵਾਲਾ ਕੰਮ? ਨਹੀਂ, ਕਦੇ ਨਹੀਂ ਵੇਖੀ, ਅੱਜ ਤੱਕ ਕਦੇ ਨਹੀਂ ਵੇਖੀ, ਸੱਚੀ ਨਹੀਂ ਵੇਖੀ। ਜਦੋਂ ਮੈਂ ਪਹਿਲੇ ਦਿਨ ਨਿਕਲੀ ਸੀ ਨਾ, ਮੈਂ ਮੂੰਹ ਕਵਰ ਕਰ ਦਿੰਦੀ ਹਾਂ, ਕਿਉਂਕਿ ਕੋਵਿਡ ਦਾ ਟਾਈਮ ਸੀ ਉਦੋਂ। ਤੇ ਲੋਕੀ ਡਰਦੇ ਵੀ ਹੁੰਦੇ ਸੀ ਕਿ ਮਤਲਬ ਹੈਗਾ ਹੈ ਕਿ ਨਹੀਂ। ਫਿਰ ਉਸ ਤੋਂ ਬਾਅਦ ਹੌਲੀ ਮਤਲਬ ਕਿ ਮੂੰਹ ਮਾਰ ਢੱਕਣਾ ਲਾਉਣਾ ਸ਼ੁਰੂ ਕੀਤਾ। ਫਿਰ ਉਦੋਂ ਪਤਾ ਲੱਗਾ ਕਿ ਹਾਂ ਇਹ ਕੁੜੀ ਜਾਣਦੀ ਆ। ਪੁਲਿਸ ਵਾਲੇ ਸਪੈਸ਼ਲ ਖਿਲਾਰਦੇ ਕਿ ਕੁੜੀ ਆ, ਕਿ ਕੁੜੀ ਨੂੰ ਵੇਖੋ, ਮਤਲਬ ਕਿ ਸਪੈਸ਼ਲ ਲੋਕ ਖਿਲਾਰ ਕੇ ਵੇਂਦੇ ਸੀ। ਕਿ ਫਿਰ ਜਦੋਂ ਮੈਂ ਲੰਘਣਾ, ਲੋਕਾਂ ਨੇ ਐ ਮੁੜ ਕੇ ਵੇਖਣਾ ਕਿ ਕੁੜੀ ਗਈ ਸਾਡੇ ਲਾਗੋਂ ਦੁੱਧ ਲੈ ਕੇ। ਲੋਕਾਂ ਦਾ ਸਮਾਈਲ ਫੇਸ ਹੁੰਦਾ ਸੀ ਕਿ ਕੀ ਮਤਲਬ ਕਿ ਕੁੜੀ ਜਾ ਰਹੀ ਆ, ਰਿਐਕਸ਼ਨ ਹੀ ਇਹੋ ਜਿਹਾ ਹੁੰਦਾ ਸੀ। ਤੇ ਪਹਿਲੇ ਤਾਂ 2-3 ਦਿਨ ਸਾਡੀ ਗਲੀ ਵਾਲਿਆਂ ਨੇ ਕਿਹਾ ਤੁਸੀਂ ਕਿੱਦਾਂ ਘਲਾ ਦੋਗੇ, ਕੰਮ ਬੰਦ ਕਰ ਦੋ, ਕੁਛ ਨਹੀਂ ਹੋ ਗਿਆ, ਕੁੜੀ ਆ ਤੇ ਕੁੜੀ ਹੁਣ ਕੰਮ ਨਹੀਂ ਕਰ ਸਕਦੀ ਆ। ਕੁੜੀਆਂ ਲਈ ਕਿਹੜਾ ਸੌਖਾ ਆ, ਸਭ ਕੁਝ ਨੋਰਮਲ ਆ, ਕੋਈ ਐਦਾਂ ਨਹੀਂ ਹੈ ਕਿ ਡੰਗਰ ਸਾਹਮਣਾ ਔਖਾ ਆ। ਜਿਵੇਂ ਮੈਨੂੰ ਪਤਾ ਲੱਗਿਆ ਸੀ
ਤੁਹਾਡੇ ਫਾਦਰ ਸਾਹਿਬ ਦਾ ਪਹਿਲਾਂ ਆਪਣਾ ਵੀ ਜਿਹੜਾ ਇਹ ਹਾਂਜੀ। ਫਾਰਮ ਸੀਗਾ ਹਨਾ, ਹਾਂਜੀ, ਉਹ ਕੀ ਗੱਲ ਹੋ ਗਈ ਸੀ? ਫਾਰਮ ਉਹਨਾਂ ਦਾ ਕਿਉਂ ਬੰਦ ਹੋ ਗਿਆ? ਗਊ ਫਾਰਮ ਉਹਨਾਂ ਦਾ ਆਪਣਾ ਵੀ ਸੀ ਗਾਈਆਂ ਦਾ। ਉਹ ਫਾਰਮ ਇਤਨਾ ਸੀ ਕਿ ਮਤਲਬ ਕਿ ਜਦੋਂ ਮਤਲਬ ਡਾਕਟਰਾਂ ਕੋਲ ਪੇਸ਼ ਪੈ ਜਾਓ ਤਾਂ ਫਿਰ ਡਾਕਟਰਾਂ ਨੂੰ ਪਤਾ ਕਿ ਬੰਦਾ ਬੱਚਾ ਵੇਖ ਕੇ ਵੀ ਕਰਦੇ ਆ। ਫਿਰ ਆਪਾਂ ਗਾਈਆਂ ਗੁਈਆਂ ਸੇਲ ਕਰਨੀਆਂ ਸ਼ੁਰੂ ਕਰਤੀਆਂ, ਮੱਝਾਂ ਸੇਲ ਕਰਨੀਆਂ ਸ਼ੁਰੂ ਕਰਤੀਆਂ ਕਿ ਚਲੋ ਕੋਈ ਨਹੀਂ ਜੋ ਹੋਊਗਾ ਵੇਖੀ ਜਾਊਗੀ। ਫਾਦਰ ਤੇ ਪੈਸੇ ਲਾਉਣੇ ਸ਼ੁਰੂ ਕਰਤੇ। ਫਾਦਰ ਤੇ 16-17 ਲੱਖ ਰੁਪਇਆ ਲੱਗ ਚੁੱਕਾ ਹੋਇਆ ਆ। ਅੱਛਾ, ਉਹਨਾਂ ਦੀ ਲੱਤ ਤੇ ਜਿਹੜੀ ਸੱਟ ਲੱਗੀ ਆ ਉਸ ਹਾਂਜੀ, ਤੇ ਮਤਲਬ ਕਿ 16-17 ਲੱਖ ਰੁਪਇਆ ਲੱਗਣਾ ਸੀ। 1.5 2 ਲੱਖ ਦੀਆਂ ਮੱਝਾਂ ਸੇਲ ਕਰਤੀਆਂ ਸਸਤੇ ਭਾਅ 'ਚ ਹੀ ਕਿ ਲੋੜ ਹੈਗੀ ਚਲੋ ਜੀ ਵੇਚ ਦੋ। 2 ਲੱਖ ਦੀ ਮੱਝ ਸੀ ਜਿਹੜੀ ਆਪਾਂ 1.5 1 ਦੀ ਵੇਚਤੀ। ਉਸ ਤੋਂ ਬਾਅਦ ਗਾਈਆਂ ਸੀ 80 ਹਜ਼ਾਰ ਦੀਆਂ, 90 ਹਜ਼ਾਰ ਦੀਆਂ ਹੱਟੀਆਂ ਕੱਟੀਆਂ, ਉਹ ਵੀ ਵੇਚਤੀਆਂ। ਅੱਛਾ, ਮਤਲਬ ਕਿ ਚਲੋ ਜੋ ਹੋ ਗਿਆ ਰੋੜ ਗਿਆ ਖੜ ਗਿਆ ਸਭ ਹੋ ਗਿਆ। ਇਹ ਸੀ ਕਿ ਫਾਦਰ ਦੀਆਂ ਲੱਤਾਂ ਕਾਇਮ ਕਰਨੀਆਂ, ਚਲਾਣਾ ਆ। ਇਹ ਨਹੀਂ ਕਿ ਬਿਠਾ ਕੇ ਰੱਖਣਾ ਕਿ ਤੁਰਨ ਫਿਰਨ ਆਪਣੇ ਜੋਗਾ ਕਰਨ। ਤੁਹਾਨੂੰ ਕਿਤੇ ਇਦਾਂ ਹੋਇਆ ਕੰਮ ਕਰਨ ਜਾਂਦਿਆਂ ਨੂੰ ਵੀ ਕਿਤੇ ਕੋਈ ਦਿੱਕਤ ਆਈ ਹੋਵੇ? ਘਰਾਂ 'ਚ ਦੁੱਧ ਬਾਜ਼ ਮਾਰਦੇ ਹੋ ਜਦੋਂ ਦੁੱਧ ਦਿੰਦੇ ਹੋ, ਕਦੇ ਸਾਹਮਣਾ ਕਰਨਾ ਪਿਆ ਹੋਵੇ ਸ਼ੁਰੂ ਦੇ ਵਿੱਚ, ਜਾਂ ਹੁਣ ਕਿਤੇ ਸਮੱਸਿਆਵਾਂ ਦਾ? ਪਹਿਲੇ ਸਟਾਰਟਿੰਗ ਵਿੱਚ ਤੇ ਮਤਲਬ ਕਿ ਲੋਕਾਂ ਦਾ ਗੇਟ ਖੜਕਾਉਣ ਤੇ ਡਰਦੀ ਹਾਂ ਮੈਂ ਅੱਛਾ, ਕਿ ਹਾਏ ਆ ਕੀ ਸਮਝਣਗੇ ਕਿ ਕਿਉਂ ਆਈ ਇਹ ਕੁੜੀ, ਕਿਹੜੀ ਗੱਲੋਂ ਆਈ ਆ, ਘਬਰਾਉਣੀ ਹਾਂ। ਫਿਰ ਪਾਪਾ ਨਾਲ ਫੋਨ ਤੇ ਹੁੰਦੇ ਤੇ ਪਾਪਾ ਕਹਿੰਦੇ ਕੋਈ ਨਹੀਂ ਗੇਟ ਖੜਕਾ, ਡਰਦੇ ਫ੍ਰੀ ਹੋ ਕੇ ਖੋਲ, ਕੁਛ ਨਹੀਂ ਕੋਈ ਕਹਿਣਗੇ। ਫਿਰ ਮੈਂ ਦੁੱਧ ਪਾ ਕੇ ਆਉਣਾ। ਕਈ ਇਹੋ ਜਿਹੇ ਘਰ ਆ ਕਿ ਜਿਨ੍ਹਾਂ ਦੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਤੇ ਆਪਾਂ ਸੁੱਤੇ ਪਏ ਉਹਨਾਂ ਦੀ ਚਾਬੀ ਖੋਲ ਕੇ ਤੇ ਦੁੱਧ ਪਾ ਕੇ ਪਤੀਲਾ ਕੱਢ ਕੇ ਰੱਖ ਕੇ ਆਉਣਾ ਹੁੰਦਾ। ਅੱਛਾ, ਰਸੋਈ ਤੱਕ ਦੁੱਧ ਪਹੁੰਚਾਉਂਦੇ? ਰਸੋਈ ਤੱਕ ਦੁੱਧ ਪਹੁੰਚਾਉਂਦੇ ਆ ਕਿਉਂਕਿ ਅਗਲੇ ਦਾ ਭਰੋਸਾ ਬਣਿਆ ਸੀ ਫਾਦਰ ਤੇ। ਫਾਦਰ ਤੋਂ ਬਾਅਦ ਮੇਰੇ ਤੇ ਬਣਨਾ ਸੀ ਤੇ ਮਤਲਬ ਕਿ ਉਹ ਡਰੇ ਨਹੀਂ। ਉਹਨਾਂ ਨੂੰ ਪਤਾ ਸੀ ਕਿ ਸ਼ਰਮਾ ਜੀ ਇਦਾਂ ਜੀ ਆ ਤੇ ਸ਼ਰਮਾ ਜੀ ਦੀ ਬੇਟੀ ਵੀ ਵਧੀਆ ਹੋਊਗੀ। ਕਈਆਂ ਦਾ ਮੈਂ ਗੇਟ ਖੋਲਣਾ, ਰਸੋਈ ਤੇ ਜਾਣਾ, ਪਤੀਲਾ ਧੋਣਾ, ਦੁੱਧ ਪਾਉਣਾ, ਫ੍ਰਿਜ ਰੱਖ ਕੇ ਆਉਣਾ। ਇਹ ਸਿਸਟਮ ਹੁੰਦਾ ਸੀ ਮੇਰਾ। ਅੱਛਾ, ਤੇ ਫਿਰ ਉਸ ਤੋਂ ਬਾਅਦ ਮੈਂ ਆਉਣਾ, ਫਿਰ ਤਾਲਾ ਲਾ ਕੇ ਫਿਰ ਮੋਟਰਸਾਈਕਲ ਤੇ ਚੜਨਾ। ਫਿਰ ਕਿ ਮਤਲਬ ਕਿ ਅਗਲੇ ਬੇਫਿਕਰ ਹੋਏ ਸੀ ਕਿ ਸ਼ਰਮਾ ਜੀ ਦੀ ਬੇਟੀ ਆ, ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕੋਈ। ਭਰੋਸਾ ਬਣਿਆ ਹੋਇਆ ਹੈ ਫਾਦਰ ਤੇ। ਫਿਰ ਕਈ ਵਾਰੀ ਤੇ ਦਿੱਕਤਾਂ ਇਹੋ ਜਿਹੀਆਂ ਵੀ ਹੁੰਦੀਆਂ ਸੀ ਕਿ ਜਦੋਂ ਪਤਾ ਲੱਗਾ ਕਿ ਮੁੰਡਿਆਂ ਨੂੰ ਕਿ ਕੁੜੀ ਆ, ਅੱਛਾ, ਤੰਗ ਕਰਨਾ ਵੀ ਸ਼ੁਰੂ ਕੀਤਾ ਕਈਆਂ ਨੇ। ਮੁੰਡੇ ਵੀ ਤੰਗ ਕਰਦੇ? ਬਹੁਤ ਤੰਗ ਕੀਤਾ, ਇੱਥੋਂ ਤੱਕ ਕਿ ਇੰਨੀ ਕੁ ਨੌਬਤ ਆਉਂਦੀ ਰਹੀ ਹੈ ਕਿ ਮੈਂ ਚੁੱਪਚਾਪ ਲੰਘਦੀ ਰਹੀ ਆ। ਇੰਨਾ ਤੰਗ ਕਰਦੇ ਹੁੰਦੇ ਸੀ। ਕਿਉਂ ਤੰਗ ਕਰਦੇ ਸੀ? ਕੀ ਕਹਿੰਦੇ ਸੀ ਉਹ? ਉਹੀ ਨੰਬਰ ਲੈ ਲਓ, ਨੰਬਰ ਦੇ ਦਿਓ, ਇਹੀ ਇਹਨਾਂ ਦਾ ਕੰਮ ਆ। ਅੱਜ ਕੱਲ੍ਹ ਤੁਹਾਨੂੰ ਪਤਾ ਯੂਥ ਇਹੋ ਜਿਹਾ ਹੈਗਾ ਕਿ। ਅੱਛਾ, ਤੁਹਾਨੂੰ ਦੁੱਧ ਲੈ ਕੇ ਜਾਂਦਿਆਂ ਨੂੰ ਡਰਮ ਤੁਹਾਡੇ ਕੋਲੇ ਹੁੰਦੇ ਆ ਮੋਟਰਸਾਈਕਲ ਤੇ, ਤੁਸੀਂ ਕਿਵੇਂ ਪਿੱਛੇ ਲੱਗਦੇ ਆ? ਜਾਨੀ ਤੁਹਾਨੂੰ ਇਹ ਕਹਿੰਦੇ ਆ ਕਿ ਨੰਬਰ ਲੈ ਲਓ? ਹਾਂਜੀ, ਜਿਸ ਤਰ੍ਹਾਂ ਹੁਣ ਮੈਂ ਜਾ ਰਹੀ ਹਾਂ, ਕਈ ਵਾਰੀ ਅੱਗੇ ਲਾ ਲੈਂਦੇ ਹੁੰਦੇ ਸੀ ਮੋਟਰਸਾਈਕਲ, ਕਈ ਵਾਰੀ ਪਿੱਛੇ ਆਣਾ। ਇਹ ਆ ਕਿ ਜਦੋਂ ਮੈਂ ਮਤਲਬ ਕਿ ਜਦੋਂ ਲੱਗ ਗਿਆ ਨਾ ਪਤਾ ਕਿ ਪੁਲਿਸ ਵਾਲੇ ਹੈਗੇ ਅੱਗੇ, ਤੇ ਮੈਂ ਉਹਨਾਂ ਨੂੰ ਮਤਲਬ ਮਾੜਾ ਜਿਹਾ ਇਸ਼ਾਰਾ ਹੀ ਕਰਨਾ ਪੁਲਿਸ ਵਾਲਿਆਂ ਨੂੰ ਤੇ ਡਰ ਜਾਂਦੇ ਸੀ। ਅੱਛਾ, ਇਹ ਆ ਕਿ ਪੁਲਿਸ ਨੇ ਬਹੁਤ ਸਾਥ ਦਿੱਤਾ ਅੰਮ੍ਰਿਤਸਰ ਦੀ। ਅੱਛਾ, ਹਰ ਇੱਕ ਪੁਲਿਸ ਦੇ ਨਾਕੇ ਤੇ ਉਹਨਾਂ ਨੇ ਮੈਨੂੰ ਕਹਿਣਾ ਗੁੱਡੀ ਕੋਈ ਗੱਲ ਹੋਊਗੀ ਦੱਸੀ ਸਾਨੂੰ, ਕੋਈ ਗੱਲ ਹੋਊਗੀ ਦੱਸੀ ਸਾਨੂੰ। ਇਹ ਆ ਕਿ ਜਦੋਂ ਮੈਂ ਇਸ਼ਾਰਾ ਕਰ ਦੇਣਾ ਕਿ ਸਰ ਮਗਰ ਆਉਂਦੇ ਆ, ਉਹਨਾਂ ਨੇ ਉਸੇ ਟਾਈਮ ਘੇਰ ਲੈਣਾ ਮਗਰ ਵਾਲਿਆਂ ਨੂੰ। ਕਿ ਮਤਲਬ ਸਪੋਰਟ ਬਹੁਤ ਕੀਤਾ ਲੋਕਾਂ ਨੇ ਮੈਨੂੰ। ਦੁੱਧ ਦਾ ਕੰਮ ਇਦਾਂ ਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਹਰ ਘਰ ਉਡੀਕਦਾ ਵੀ ਸਵੇਰ ਨੂੰ ਪਹੁੰਚ ਹੀ ਜਾਣਾ। ਅਗਲੇ ਨੂੰ ਇਹ ਨਹੀਂ ਪਤਾ ਹੁੰਦਾ ਮੂਹਰੇ ਮੀਂਹ ਆ, ਹਨੇਰੀ ਆ, ਅਗਲਾ ਦੁੱਖ ਤਕਲੀਫ 'ਚ ਆ। ਹਾਂਜੀ, ਕਦੇ ਤੁਸੀਂ ਵੀ ਬਿਮਾਰ ਠਮਾਰ ਹੁੰਦੇ ਹੋ, ਕਦੇ ਮਨ ਵੀ ਨਹੀਂ ਕਰਦਾ ਵੀ ਮੇਰਾ ਦਾਸ ਅੱਜ, ਕਦੇ ਜੀ ਨਹੀਂ ਕਰਦਾ ਹੁੰਦਾ। ਕਈ ਵਾਰੀ ਉਹੀ ਮਨ ਹੁੰਦਾ ਵੀ ਯਾਰ ਅੱਜ ਮੈਂ ਸੌਂ ਕੇ ਹੀ ਦੇਖਣਾ ਹਨਾ। ਹਾਂਜੀ। ਤੇ ਕਿਤੇ ਹੋਇਆ ਤੁਹਾਡੇ ਨਾਲ ਵੀ ਸਨੀਕੇਤ ਨੇ ਸੋਚਿਆ ਵੀ ਪਾਪਾ ਉਹ ਪਿਆ ਡਰਮ, ਮੇਰਾ ਨਹੀਂ ਜੀ ਕਰਦਾ ਅੱਜ? ਪਹਿਲੇ ਜਦੋਂ ਮਤਲਬ ਫਾਦਰ ਹਸਪੀਟਲ 'ਚ ਸੀ ਨਾ, ਪਹਿਲੇ 8 ਦਿਨ 9 ਦਿਨ ਤੇ ਮੇਰਾ ਉੱਠਣ ਨੂੰ ਨਹੀਂ ਜੀ ਕਰਦਾ ਸੀ। ਅੱਛਾ, ਫਿਰ ਮੈਂ ਕਹਿੰਦੀ ਹਾਂ ਕਿ ਕਰਨਾ ਤੇ ਪੈਣਾ ਹੀ ਹਣੀ ਹੈ ਤੈਨੂੰ, ਉੱਠ। ਫਿਰ ਮੈਂ ਬਿਸਤਰੇ ਤੇ ਉੱਠਣਾ, ਸਿਆਲਾਂ ਦੇ ਦਿਨ ਸੀ ਉਹ ਵੀ। ਉੱਠਣਾ, ਉੱਠ ਕੇ ਫਿਰ ਮੈਂ ਬਿਮਾਰ ਵੀ ਵਿੱਚ ਬੜੀ ਵਾਰੀ ਹੋਈ ਆ। ਇੱਥੋਂ ਤੱਕ ਮੈਂ ਇੰਨੀ ਕੁ ਬਿਮਾਰ ਹੁੰਦੀ ਰਹੀ ਕਿ ਮੈਂ ਫਿਰ ਵੀ ਜਾਣਾ, ਬੁਖਾਰ ਹੀ ਨਹੀਂ ਲੱਥਣਾ। ਕਈ ਵਾਰੀ ਸਿਆਲਾਂ ਵਿੱਚ ਇਹੋ ਜਿਹੇ ਹੁੰਦੇ, ਸਿਆਲਾਂ ਦਾ ਮੀਂਹ ਏਡਾ ਗੰਦਾ ਹੁੰਦਾ ਆ ਕਿ ਜੇ ਤੇ ਬੰਦੇ ਨੂੰ ਬੁਖਾਰ ਵੀ ਹੋਣਾ, ਬੰਦੇ ਨੂੰ ਉੱਠਣਾ ਵੀ ਆ ਤੇ ਕੰਮ ਵੀ ਕਰਨਾ ਹੈ। ਤੇ ਉਹ ਹਿੰਮਤ ਕਰਕੇ ਉੱਠਣਾ, ਫਿਰ ਜਾਣਾ ਦੁੱਧ ਲੈ ਕੇ ਕਿ ਨਾਗਾ ਨਹੀਂ ਪੈਣਾ। ਚਲੋ ਵੇਖੀ ਜਾਊਗੀ ਜੋ ਹੁੰਦੀ ਆ। ਬਿਲਕੁਲ, ਇਹ ਕਹਿੰਦੀ ਨਹੀਂ ਵੇਖੀ ਜਾਊਗੀ ਜੋ ਹੋਊਗਾ। ਰੋਜ਼ ਦਾ ਦੁੱਧ ਲੋਕਾਂ 'ਚ ਵੇਚ ਕੇ ਹੁਣ ਤੁਸੀਂ ਇਹ ਹੋਰ ਜਗ੍ਹਾ ਤੋਂ ਲੈਂਦੇ ਹੋ ਦੁੱਧ ਹਨਾ, ਜਿੱਦਾਂ ਇਹ ਡੈਰੀ ਵਾਲਿਆਂ ਤੋਂ ਲੈਂਦੇ ਹੋ ਤੁਸੀਂ, ਇੱਥੇ ਇਸ ਫਾਰਮ ਵਾਲਿਆਂ ਤੋਂ ਲੈਂਦੇ ਹੋ, ਤੇ ਰੋਜ਼ ਮੁੱਲ ਲੈਣਾ ਤੇ ਲੋਕਾਂ ਤੱਕ ਪਹੁੰਚਾਉਣਾ, ਉਹ ਕਿਵੇਂ ਲੈਣ ਦੇਣ ਕਿਵੇਂ ਕਰਦੇ ਹੋ ਤੁਸੀਂ ਰੋਜ਼ ਦਾ, ਉਹ ਹਿਸਾਬ ਕਿਤਾਬ ਦਾ ਜਿਹੜਾ? ਹੁਣ ਤੇ ਇਸ ਤਰ੍ਹਾਂ ਕਿ ਮਤਲਬ ਕਿ ਮੈਂ ਜਿਸ ਤਰ੍ਹਾਂ ਗਾਹਕਾਂ ਕੋਲ ਤੇ ਮਹੀਨੇ ਬਾਅਦ ਪੈਸੇ ਲੈਣੇ ਆ। ਮੈਂ ਇਹ ਆ ਕਿ ਮੇਰੇ ਚਲੋ 10 ਦਿਨ ਸੌਖੇ ਨਿਕਲ ਜਾਂਦੇ ਜਦੋਂ ਮਹੀਨਾ ਨਿਕਲਦਾ। ਥੋੜੇ ਜਿਹੇ ਪੈਸੇ ਫੜ ਕੇ ਐਡਵਾਂਸ ਫੜ ਕੇ ਲੋਕਾਂ ਨੂੰ ਫੇਰ ਦੇਣੇ, ਇੱਧਰ ਦੇ ਕੇ ਦੁੱਧ ਲੈਣਾ। ਮਤਲਬ ਕਿ ਇੱਥੋਂ ਨਗਦ ਦਾ ਕੰਮ ਆ, ਗਾਹਕਾਂ ਨੂੰ ਮਹੀਨੇ ਦਾ ਕੰਮ ਆ। ਉਹਨਾਂ ਤੋਂ ਆਪਾਂ ਬਾਅਦ ਚ ਲੈਣੇ ਆ, ਉਹਨਾਂ ਕੋਲ ਬਾਅਦ ਚ ਲੈਣੇ ਆ, ਦੁੱਧ ਉਹਨਾਂ ਨੂੰ ਪਹਿਲਾਂ ਦੇਣਾ।
ਟੈਨਸ਼ਨ ਫ੍ਰੀ ਹੋ ਕੇ ਮਤਲਬ ਉਹਨਾਂ ਨੂੰ ਨਾ ਪਤਾ ਲੱਗੇ ਕਿ ਦੁੱਧ ਇਸ ਤਰ੍ਹਾਂ ਲਿਆਉਂਦੀ ਗੁੱਡੀ, ਫਿਰ ਅਗਲਿਆਂ ਨੂੰ ਵੀ ਟੈਨਸ਼ਨ ਹੋ ਜਾਂਦੀ ਕਿ ਕਿਸ ਤਰ੍ਹਾਂ ਵਿਚਾਰੀ ਕਰਦੀ ਹੋਊਗੀ। ਇਸ ਕਰਕੇ ਕਿ ਐਡਵਾਂਸ 10-15 ਦਿਨ ਕੱਢ ਕੇ ਫਿਰ ਐਡਵਾਂਸ ਫੜਨਾ ਸ਼ੁਰੂ ਕਰਦੀ ਹਾਂ ਕਿ ਸਰ ਇਸ ਤਰ੍ਹਾਂ ਦੇ ਦਿਓ, ਤੇ ਫਿਰ ਉਹ ਦੇ ਦਿੰਦੇ ਨੇ। ਕਦੇ ਇਹ ਨਹੀਂ ਸੋਚਿਆ ਕਿ ਅੱਗੇ ਪੜ੍ਹਨਾ ਗਾ ਹਾਂ ਕੁਛ ਨਾ ਕੁਛ ਕਰਨ ਦਾ? ਕਰਿਆ ਸੀ ਕੁਛ ਸ਼ੁਰੂਆਤ ਜਾਂ ਨਹੀਂ? ਮੈਂ +2 ਦੇ ਬਾਅਦ ਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੇਪਰ ਦਿੱਤਾ ਸੀ, ਕਲੀਅਰ ਵੀ, ਹਾਂਜੀ ਇੰਟਰਵਿਊ ਵੀ ਕਲੀਅਰ ਹੋ ਗਈ, ਸਭ ਕੁਝ ਕਲੀਅਰ ਹੋ ਗਈ ਸੀ। ਪੈਸਿਆਂ ਕੋਲੋਂ ਮੈਂ ਛੱਡਤੀ। ਅੱਛਾ, ਫੀਸ ਨਹੀਂ ਤੁਸੀਂ ਭਰੀ? ਫੀਸ ਨਹੀਂ ਹੈਗੀ ਸੀ ਮੇਰੇ ਕੋਲ, ਤੇ ਮੈਂ ਛੱਡਤੀ। ਤੇ ਘਰੇ ਪਤਾ ਹੀ ਫਾਦਰ ਨੂੰ ਵੀ, ਤੇ ਉਹ ਕਹਿੰਦੇ ਚੱਲ ਕੋਈ ਨਹੀਂ ਅਗਲੇ ਸਾਲ ਫੇਰ ਟਰਾਈ ਕਰ ਲਈ, ਫੇਰ ਕਿਸਮਤ ਹੋ ਗਈ ਤੇ ਤੈਨੂੰ ਮਿਲ ਜੂਗੀ। ਅੱਛਾ, ਤੇ ਛੱਡਤੀ ਸੀ ਮੈਂ। ਹੁਣ ਮਨ ਕਰਦਾਗਾ ਵੀ ਤੁਸੀਂ ਪੜ੍ਹੋ, ਹੋਰ ਪੜ੍ਹਾਈ ਕਰਨੀ ਆ ਤੁਸੀਂ, ਹੈਗਾ ਮਨ? ਹਾਂਜੀ, ਅੱਗੇ ਮੈਂ ਕਰਨੀ ਆ, ਸਾਲ ਠਹਿਰ ਕੇ ਕਰੂੰਗੀ, ਭਾਵੇਂ 6 ਮਹੀਨੇ ਠਹਿਰ ਕੇ ਕਰੂੰਗੀ, ਕਰਨੀ ਜ਼ਰੂਰ ਹੈ। ਕੀ ਕਰਨਾ ਚਾਹੁੰਦੇ ਹੋ? ਮੈਂ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ 'ਚ ਕਰਨਾ ਚਾਹੁੰਦੀ ਆ, ਜਾਂ ਮੈਡੀਕਲ ਲਾਈਨ ਵਿੱਚ ਡੀ ਫਾਰਮੇਸੀ ਕਰੂੰਗੀ। 2-3 ਸਕੋਪਸ ਰੱਖੇ ਹੋਏ ਕਿ 3-4 ਚੀਜ਼ਾਂ ਦਾ ਕਰਨਾ ਆ ਜੀ, ਤੇ ਮੈਨੂੰ 2 ਜਗ੍ਹਾ 'ਤੇ ਸੀਟਾਂ ਮਿਲੀਆਂ ਸੀ, ਮੈਂ ਦੋਨੋਂ ਹੀ ਛੱਡਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਤੇ ਫਿਰ ਹੋਊਗਾ ਤੇ ਕਰਮਾਂ 'ਚ ਮਿਲ ਜੂਗਾ। ਅੱਛਾ, ਜਦੋਂ ਤੁਹਾਡੇ ਫਾਦਰ ਸਾਹਿਬ ਦਾ ਇਦਾਂ ਫਾਰਮ ਹੁੰਦਾ ਸੀ, ਕਿੰਨੀਆਂ ਕੁ ਗਊਆਂ ਹੁੰਦੀਆਂ ਸੀ? ਤੁਸੀਂ ਆਉਂਦੇ ਹੁੰਦੇ ਸੀ ਫਾਰਮ 'ਚ? ਉਦੋਂ ਕੀ ਕਰਦੇ ਹੁੰਦੇ ਸੀ? ਉਦੋਂ ਵੀ ਮੈਂ ਮਤਲਬ ਫਾਦਰ ਨਾਲ ਕੰਮ ਕਰਾਇਆ ਹੀ, ਮਤਲਬ ਜਿਸ ਤਰ੍ਹਾਂ ਤੂੜੀ ਚੋਕਰ ਪਾਉਣੀ, ਤੇ ਫਾਦਰ ਸਾਹਿਬ ਚਾਹੁੰਦੇ ਸੀ, ਕਿਉਂਕਿ ਉਦੋਂ ਮੈਨੂੰ ਚੋਣਾ ਨਹੀਂ ਹੁੰਦਾ ਸੀ, ਫਿਰ ਮੈਨੂੰ ਉਹ ਆਦਤ ਪੈ ਗਈ। ਥੋੜਾ ਚੋਨੀ ਹੈ ਪਰ ਥੋੜਾ ਕੰਮ ਕਰਦੀ ਹਾਂ। ਅੱਛਾ, ਇਹ ਕਿ ਪਾਪਾ ਨੇ ਵੀ ਰੱਖਿਆ ਹੋਇਆ ਸੀ ਇੱਕ ਹੈਲਪਰ, ਤੇ ਉਹ ਨਾਲ ਕੰਮ ਕਰਾਉਂਦਾ ਹੁੰਦਾ ਸੀ। ਤੇ ਉਦੋਂ ਹੈਗੀਆਂ ਸੀ 8-9 ਗਾਈਆਂ ਮੱਝਾਂ ਹੈਗੀਆਂ ਸੀ, ਤੇ 8-9 ਹੀ ਮੱਝਾਂ ਹੈਗੀਆਂ ਸੀ। ਅੱਛਾ, 8 ਕੁ ਮੱਝਾਂ ਸੀ ਤੇ 9 ਗਾਈਆਂ ਹੈਗੀਆਂ ਸੀ। ਜਿੱਦਣ ਦੇ ਤੁਸੀਂ ਕੰਮ ਕਰਨ ਲੱਗੇ ਹੋ ਤੇ ਆਪਣੇ ਬਾਪ ਲਈ ਤੁਹਾਨੂੰ ਲੱਗਿਆ ਵੀ ਤੁਸੀਂ ਬਹੁਤ ਕੁਝ ਜੋੜਤਾ ਜਾਂ ਜੋੜਿਆ ਗਿਆ ਜਾਂ ਨਹੀਂ? ਹਲੇ ਹਾਲਾਤਾਂ ਨਾਲ ਹੀ ਜੂਝੀ ਜਾ ਰਹੇ ਹੋਗੇ? ਹਲੇ ਤੇ ਜੋ ਵੀ ਹੈਗਾ ਸਭ ਰੁੜ ਗਿਆ ਇੱਕ ਹਿਸਾਬ ਦਾ। ਅੱਛਾ, ਹੁਣ ਬੈਂਕ ਬੁੰਕ ਦੇ ਲੋਨ ਹੈਗੇ ਆ, ਉਹ ਵੀ ਦੇਣੇ ਆ, ਉਹਦੀਆਂ ਵੀ ਨਹੀਂ ਕਿਸ਼ਤਾਂ ਦਿੱਤੀਆਂ ਜਾਂਦੀਆਂ ਕਈ ਵਾਰੀ। ਤੇ ਬ੍ਰਦਰ ਮੇਰਾ ਪੜ੍ਹਦਾ, ਉਹਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਕਈ ਵਾਰੀ। ਸਟੱਡੀ ਵੀ ਇਸੇ ਕਰਕੇ ਛੱਡਤੀ ਕਿ ਚਲੋ ਪੈਸੇ ਨਹੀਂ ਹੈਗੇ, ਕੋਈ ਨਹੀਂ ਅਗਲੀ ਵਾਰੀ ਸਹੀ। ਤੇ ਇਸੇ ਕਰਕੇ ਮਤਲਬ ਇਹੋ ਜਿਹੇ ਹਾਲਾਤ ਆ ਕਿ ਸਭ ਕੁਝ ਡੁੱਲਦਾ ਹੀ ਆ, ਹਲੇ ਬਣਦਾ ਕੁਝ ਨਹੀਂ ਪਿਆ। ਅੱਛਾ, ਤੇ ਕਈ ਗਾਹਕ ਇਹੋ ਜਿਹੇ ਵੀ ਸੀ ਜਿਹੜੇ ਛੁੱਟ ਵੀ ਗਏ ਆ। ਕਈ ਕਹਿੰਦੇ ਕਿ ਸ਼ਰਮਾ ਜੀ ਹੋਣਗੇ ਫੇਰ ਆਪਾਂ ਲਵਾਂਗੇ, ਕੋਈ ਗੱਲ ਨਹੀਂ ਗੁੱਡੀ। ਅੱਛਾ, ਮਤਲਬ ਦੁੱਧ ਜ਼ਿਆਦਿਆਂ ਨੇ ਛੱਡਿਆ, ਲੈਣਾ ਘੱਟ ਨੇ ਲਿੱਤਾ, ਕਿਸੇ ਨੇ ਘੱਟਾ। ਤੁਹਾਡੇ ਕੰਮ ਕਰਨ ਲੱਗਿਆ ਤਾਂ ਉਹ ਗਾਹਕ ਜਾਨੀ ਨਵੇਂ ਘੱਟ ਜੁੜੇ ਆ ਹੁਣ ਤਾਂ ਕਿ ਵਧੇ ਆ? ਨਵੇਂ ਗਾਹਕ ਤੇ ਲੱਗੇ ਹੀ ਨਹੀਂ ਆ। ਅੱਛਾ, ਪੁਰਾਣੇ ਗਾਹਕ ਛੁੱਟੇ ਆ, ਨਵਾਂ ਗਾਹਕ ਇੱਕ ਵੀ ਨਹੀਂ ਹੈਗਾ। ਕਿਉਂ ਛੁੱਟੇ ਆ? ਕੀ ਕਾਰਨ ਬਣਿਆ? ਤੁਹਾਨੂੰ ਕੀ ਲੱਗਦਾ ਵੀ ਕਿਉਂ ਛੁੱਟ ਗਏ? ਸ਼ਰਮ ਹੁੰਦੀ ਹੋਊਗੀ ਉਹਨਾਂ ਨੂੰ ਕਿ ਕੁੜੀ ਦਿੰਦੀ ਆ। ਅੱਛਾ, ਤੁਹਾਡੇ ਤੋਂ ਦੁੱਧ ਲੈਣ 'ਚ ਹੀ ਪ੍ਰੋਬਲਮ ਆ? ਹਾਂਜੀ, ਉਹ ਕਹਿੰਦੇ ਜਦੋਂ ਫਾਦਰ ਆਣਗੇ ਆਪਾਂ ਲੈ ਲਾਂਗੇ, ਤੇ ਬੇਟਾ ਤੁਸੀਂ ਹਲੇ ਰਹਿਣ ਦਿਓ। ਅੱਛਾ, ਸ਼ਰਮ ਮਹਿਸੂਸ ਕਰਦੇ ਆ ਨਾ ਲੋਕ ਬਈ ਕੁੜੀ ਤੋਂ ਦੁੱਧ ਲਵਾਂਗੇ, ਕੁੜੀ ਕੋ ਦੁੱਧ ਲਵਾਂਗੇ। ਇਹ ਵੀ ਵੇਂਦੇ ਕਿ ਕੁੜੀ ਕੋ ਲੈਣਾ ਜ਼ਿਆਦਾ ਬੈਟਰ ਆ ਕਿ ਮੁੰਡੇ ਦੇ ਦਿੰਦੇ ਆ। ਤੇ ਉਹਨਾਂ ਕੋ ਅੱਜ ਕੱਲ੍ਹ ਦੇ ਤੇ ਯੂਥ ਇਹੋ ਜਿਹਾ ਕਿ ਜਿਹੜਾ ਗਲਤ ਲਾਈਨਾਂ ਨੂੰ ਜਾਂ ਬਾਹਰ ਨੂੰ ਜਾਂਦਾ ਆ, ਇਹ ਨਹੀਂ ਵੇਂਦੇ ਕੁੜੀ ਦੇ ਦਿੰਦੀ ਤੇ ਕੁੜੀ ਕੋ ਲੈਣਾ ਚਾਹੀਦਾ ਨੂੰ। ਬਿਲਕੁਲ, ਤੁਸੀਂ ਤਾਂ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹੋ, ਆਪਣੀ ਮਿਹਨਤ ਕਰ ਰਹੇ ਹੋ। ਹਾਂਜੀ, ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹੇ ਮਾਹੌਲ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਹਨਾ, ਘਰ ਘਰ ਦੁੱਧ ਲੈ ਕੇ ਜਾਂਦੇ ਹੋ, ਲੋਕ ਵੀ ਟੁੱਟ ਰਹੇ ਨੇ, ਲੋਕ ਦੁੱਧ ਲੈਣ ਤੋਂ ਮਨਾ ਕਰ ਰਹੇ ਨੇ, ਹਟ ਰਹੇ ਨੇ ਵਿੱਚੋਂ। ਉਧਰੋਂ ਤੁਸੀਂ ਆਪਣੇ ਪਰਿਵਾਰ ਦਾ ਲੈਣਾ ਦੇਣਾ ਵੀ ਆ, ਜਿਹੜਾ ਜੋ ਵਿਹਾਰ ਚੱਲ ਰਿਹਾ ਤੁਹਾਡੇ ਡੈਡੀ ਦੇ, ਉਹ ਤੁਸੀਂ ਨੇਪਰੇ ਚਾੜਨੇ ਆ। ਹਾਂਜੀ, ਤੁਸੀਂ ਲੱਗੇ ਰਹੋਗੇ ਇਸੇ ਤਰ੍ਹਾਂ ਇਸ ਸੰਘਰਸ਼ ਨਾਲ? ਇਹ ਜਿਵੇਂ ਉਹ ਦਿਨ ਵਾਪਸ ਲਿਆਓਗੇ ਆਪਣੇ ਡੈਡੀ ਦੇ, ਜਿਹੜੇ ਇਹ ਮਾਹੌਲ ਸੀ ਜਿਹੜਾ ਉਹਨਾਂ ਦਾ ਗਊਆਂ ਦਾ ਜਾਂ ਫਾਰਮ ਸੀਗਾ? ਇਹ ਮਾਹੌਲ ਤੇ ਲਿਆਉਣਾ ਪਊਗਾ, ਕਿਉਂਕਿ ਹਜੇ ਬ੍ਰਦਰ ਵੀ ਛੋਟਾ ਮੇਰਾ। ਇਹ ਕੰਮ ਤੇ ਮਤਲਬ ਕਿ ਜਾਰੀ ਹੈ, ਜਦੋਂ ਤੱਕ ਜਾਰੀ ਰਹੂਗਾ। ਫਾਦਰ ਸਾਹਿਬ ਕੋਈ ਕੰਮ ਨਹੀਂ ਹੋਣਾ, ਕਿਉਂਕਿ ਉਹਨਾਂ ਦੀ ਸਿਟਿੰਗ ਨਹੀਂ ਕਰ ਸਕਦੇ ਚੁਆਈ ਕਰਦੇ ਟਾਈਮ ਜੀ। ਤੇ ਇਹ ਤੇ ਸੰਘਰਸ਼ ਹਜੇ ਕਰਾਂਗੇ ਹੀ, 5-6 ਸਾਲ ਤੇ ਇਹਨੂੰ ਲੱਗਣਗੇ ਸੈੱਟ ਹੋਣ 'ਚ ਵੀ। ਨਾਲ ਬ੍ਰਦਰ ਵੀ ਪੜ੍ਹਦਾ, ਮੈਂ ਵੀ ਪੜ੍ਹਨਾ ਚਾਹੁੰਦੀ ਅੱਗੇ, ਤੇ ਫਿਰ ਤਾਂ ਸੰਘਰਸ਼ ਕਰਨਾ ਹੀ ਪੈਣਾ ਹੈ। ਅੱਛਾ, ਕਪਲ ਸ਼ਰਮਾ ਬਾਰੇ ਵੀ ਮੈਨੂੰ ਪਤਾ ਲੱਗਿਆ ਸੀ ਵੀ ਤੁਹਾਡੇ ਪਰਿਵਾਰ ਚੋਂ ਆਗੇ ਹਨਾ, ਜਾਂ ਤੁਹਾਡੇ ਨੇੜੇ ਪਰਿਵਾਰ ਦੇ ਵਿੱਚ ਰਿਲੇਸ਼ਨ 'ਚ ਨੇ, ਮਿਲੇ ਹੋ ਤੁਸੀਂ ਉਹਨਾਂ ਨੂੰ? ਕੀ ਰਿਲੇਸ਼ਨ ਵਿੱਚ ਵੀ ਆ, ਉਹਨਾਂ ਦੀ ਸਿਸਟਰ ਦੁੱਧ ਵੀ ਲੈਂਦੀ ਆ, ਤੇ ਮੈਂ ਉਹਨਾਂ ਦੀ ਮੈਰਿਜ ਵੀ ਵੇਖੀ ਹੋਈ ਆ, ਹਰ ਇੱਕ ਫੰਕਸ਼ਨ ਵੇਖਿਆ ਮੈਰਿਜ ਦਾ ਉਹਨਾਂ ਦਾ। ਰਿੰਗ ਸਰਵਿੰਗ ਤੋਂ ਲੈ ਕੇ ਮੈਰਿਜ, ਸਗਾਈ, ਰਿੰਗ ਜਿਸ ਤਰ੍ਹਾਂ ਮਤਲਬ ਗਾਉਣਾ ਹੁੰਦਾ, ਹਲਦੀ, ਸਭ ਦੇਖਿਆ ਹੋਇਆ, ਜਗਰਾਤਾ ਵੀ ਸਭ ਦੇਖਿਆ ਹੋਇਆ। ਤੁਸੀਂ ਬੈਠ ਕੇ ਕਪਲ ਸ਼ਰਮਾ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਕਿਤੇ? ਹੋਈ ਗੱਲ? ਹਾਂਜੀ, ਗੱਲਾਂ ਵੀ ਹੋਈਆਂ ਆ। ਫਿਰ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਉਹਨਾਂ ਦੇ ਵਿਆਹ ਦੀਆਂ। ਮਤਲਬ ਉਹਨਾਂ ਮਤਲਬ ਕਿ ਵਧੀਆ ਰਿਲੇਸ਼ਨ ਹੈਗਾ ਸਾਡਾ, ਆਉਣਾ ਜਾਣਾ। ਮਤਲਬ ਕਿ ਆਪਾਂ ਹੁਣ ਵੀ ਜਾਈਏ ਤੇ ਉਹਨਾਂ ਸਿਸਟਰ ਮਿਲੂਗੀ।
ਇਹੋ ਜਿਹਾ ਰਿਲੇਸ਼ਨ ਹੈਗਾ ਉਹਨਾਂ ਨਾਲ। ਜਦੋਂ ਬੰਬਈ ਤੋਂ ਉਹ ਇੱਥੇ ਆਉਂਦੇ ਆ ਅੰਮ੍ਰਿਤਸਰ, ਕਪਲ ਸ਼ਰਮਾ, ਤੁਹਾਡਾ ਕਿਤੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ, ਉਹਨਾਂ ਨੂੰ ਪਤਾ ਤੁਸੀਂ ਦੇ ਕੰਮ ਕਰਦੇ? ਹਾਂਜੀ ਮਿਲੀ ਹੋਈ ਆ, 2-3 ਵਾਰੀ ਮਿਲੀ ਆ। ਤੇ ਜਿਸ ਤਰ੍ਹਾਂ ਹੁਣ ਮਦਰ ਨੂੰ ਲੈ ਕੇ ਆਉਂਦੇ 6-7 ਮਹੀਨਿਆਂ ਬਾਅਦ ਆਉਂਦੇ ਆ, ਬ੍ਰਦਰ ਵੀ ਨਾਲ ਹੁੰਦਾ ਉਹਨਾਂ ਦਾ ਵੱਡਾ, ਤੇ ਮਤਲਬ ਮੇਲ ਜੋਲ ਹੈਗਾ ਸਾਡਾ। ਸੋ ਸਨਿਕੇਤਨਾ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਡੇਲੀ ਆਵਾਜ਼ ਨੂੰ ਸਮਾਂ ਦਿੱਤਾ, ਆਪਣੇ ਸਮੇਂ ਚੋਂ ਕੱਢਿਆ ਸਮਾਂ, ਹੈ ਨਾ। ਅਸੀਂ ਚਾਹੁੰਦੇ ਸੀ ਵੀ ਇੱਕ ਇਹੋ ਜਿਹੀ ਧੀ ਨੂੰ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰੀਏ ਜਿਹੜੀ ਆਪਣੇ ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਲੱਗੀ ਹੋਈ ਹੈ। ਸਾਡੀ ਵੀ ਉਸ ਪਰਮਾਤਮਾ ਅੱਗੇ ਇਹੀ ਦੁਆ ਕਿ ਤੁਸੀਂ ਆਪਣੀ ਮਿਹਨਤ 'ਚ ਜ਼ਰੂਰ ਕਾਮਯਾਬ ਹੋਵੋ ਤੇ ਇਸੇ ਤਰ੍ਹਾਂ ਮਿਸਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ, ਇਹ ਸਾਡੀ ਅੰਮ੍ਰਿਤਸਰ ਦੀ ਰਹਿਣ ਵਾਲੀ ਮੁਟਿਆਰ ਸਨਿਕੇਤਨਾ ਦੇ ਨਾਲ ਇਹ ਸੀ ਖਾਸ ਗੱਲਬਾਤ, ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉਸ ਸੰਘਰਸ਼ ਨੂੰ ਬਿਆਨ ਕੀਤਾ ਕਿ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਨੇ। ਇਹ ਇੱਕ ਬਹੁਤ ਵੱਡੀ ਉਦਾਹਰਨ ਹੈ ਆਪਣੇ ਆਪ ਦੇ ਵਿੱਚ ਕਿ ਜ਼ਿੰਦਗੀ ਦੇ ਵਿੱਚ ਜੇ ਕੁਝ ਕਰਨਾ ਹੋਵੇ ਤਾਂ ਉਹ ਕੀਤਾ ਜਾ ਸਕਦਾ ਹੈ। ਸੋ ਸਾਡੀ ਇਹ ਮੁਲਾਕਾਤ ਕਿਹੋ ਜਿਹੀ ਲੱਗੀ, ਆਪਣਾ ਫੀਡਬੈਕ, ਆਪਣਾ ਸੁਝਾਅ, ਆਪਣੇ ਵਿਚਾਰ ਡੇਲੀ ਆਵਾਜ਼ ਤੇ ਜ਼ਰੂਰ ਦਿਓ। ਮੈਨੂੰ ਬਿੱਟੂ ਚੱਕ ਵਾਲਿਆਂ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।